ਪਿਆਰੇ ਬੱਚਿਓ, ਜਿਵੇਂ ਕਿ ਤੁਹਾਨੂੰ ਪਤਾ ਹੈ NTSC ਪੰਜਾਬ ਦਾ ਸਟੇਜ 1 ਦਾ ਪੇਪਰ ਆਉਣ ਵਾਲਾ ਹੈ। ਜਿਹੜੇ ਬੱਚੇ NTSC ਦੀ ਤਿਆਰੀ ਕਰ ਰਹੇ ਉਹਨਾਂ ਵਾਸਤੇ 2018 ਦਾ ਜਿਹੜਾ ਕੁਐਸਚਨ ਪੇਪਰ ਆਇਆ ਸੀ NTSC ਦਾ, ਉਹਨੂੰ ਸੋਲਵ ਕਰਕੇ ਤੁਹਾਨੂੰ ਦੱਸ ਰਹੇ ਹਾਂ। ਉਸ ਤੋਂ ਪਹਿਲਾਂ ਕੁਛ ਇੰਸਟਰਕਸ਼ਨਸ ਆ ਉਹਨਾਂ ਬੱਚਿਆਂ ਲਈ ਜਿਹੜੇ ਨਵੇਂ ਆ, ਜਿਨ੍ਹਾਂ ਨੂੰ ਪਤਾ ਨਹੀਂ NTSC ਬਾਰੇ ਜਾਂ ਕੀ ਹੁੰਦਾ ਇਹਦੇ ਵਿੱਚ ਕਿਵੇਂ ਆ। ਤਾਂ ਪਹਿਲੀ ਗੱਲ ਹੈ ਵੀ NTSC ਦਾ ਪੇਪਰ 2 ਹਿੱਸਿਆਂ ਵਿੱਚ ਹੁੰਦਾ ਆ, ਸਟੇਜ 1 ਅਤੇ ਸਟੇਜ 2। ਪਹਿਲਾ ਰਾਜ ਪੱਧਰੀ ਅਤੇ ਦੂਜਾ ਕੇਂਦਰੀ ਪੱਧਰੀ। ਜਿਵੇਂ ਪਹਿਲਾ ਪੰਜਾਬ ਵੱਲੋਂ ਹੋਊਗਾ, ਜਿਹੜੇ ਬੱਚੇ ਇਹਦੇ ਵਿੱਚੋਂ ਪਾਸ ਹੋਣਗੇ ਉਹ ਬੱਚੇ ਫਿਰ ਅੱਗੇ ਕੇਂਦਰ ਵੱਲੋਂ ਜਿਹੜਾ ਸੈਂਟਰ ਵੱਲੋਂ ਪੇਪਰ ਹੋਊਗਾ ਸਟੇਜ 2, ਉਹਦੇ ਵਿੱਚ ਹਿੱਸਾ ਲੈਣਗੇ। ਇਹ ਪੇਪਰ ਕੁੱਲ 200 ਅੰਕਾਂ ਦਾ ਹੁੰਦਾ ਆ। NTSC ਦਾ ਪੇਪਰ 10ਵੀਂ ਤੱਕ ਦੇ ਸਿਲੇਬਸ 'ਤੇ ਆਧਾਰਿਤ ਆ, ਯਾਨੀ ਤੁਸੀਂ ਜੋ 10ਵੀਂ ਤੱਕ ਪੜ੍ਹਿਆ ਆ। ਜੇ ਅਸੀਂ ਵਿਸ਼ਿਆਂ ਦੀ ਗੱਲ ਕਰੀਏ ਤਾਂ ਜਿਹੜੇ ਵਿਸ਼ਿਆਂ ਦੇ ਵਿੱਚੋਂ ਪੇਪਰ ਆਉਣਾ ਆ ਉਹ ਵਿਸ਼ੇ ਤੁਹਾਡੇ ਆ 10ਵੀਂ ਤੱਕ ਦਾ, ਤੁਹਾਨੂੰ ਸਿਲੇਬਸ ਸਾਰਾ ਕਵਰ ਕਰਨਾ ਪੈਣਾ ਇਹਦੇ ਵਿੱਚ। ਇਹ ਪੇਪਰ ਪਾਸ ਕਰਨ ਤੋਂ ਬਾਅਦ ਵਜ਼ੀਫਾ ਮਿਲਣਾ ਸ਼ੁਰੂ ਹੁੰਦਾ ਹੈ। ਇਸ ਵਿੱਚ ਤੁਹਾਨੂੰ ਸ਼ੁਰੂ ਵਿੱਚ 1200 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਮਿਲਦਾ ਹੈ, ਜੋ ਤੁਹਾਡੇ ਸਟੱਡੀ ਲੈਵਲ ਦੇ ਨਾਲ ਨਾਲ ਵੱਧਦਾ ਜਾਂਦਾ ਹੈ। ਯਾਨੀ ਜਿਹੜੇ ਬੱਚੇ ਇਹਨਾਂ ਟੈਸਟ ਨੂੰ ਪਾਸ ਕਰ ਲੈਂਦੇ ਆ ਉਹਨਾਂ ਨੂੰ 1200 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਲੱਗ ਜਾਂਦਾ ਆ, +1 ਤੋਂ ਹੀ। ਅਤੇ ਜਿਉਂ-ਜਿਉਂ ਤੁਸੀਂ ਅੱਗੇ ਪੜ੍ਹਦੇ ਜਾਓਗੇ, ਜਿਵੇਂ ਬੈਚਲਰ ਡਿਗਰੀ ਕਰੋਗੇ ਜਾਂ ਮਾਸਟਰ ਡਿਗਰੀ ਕਰੋਗੇ ਜਾਂ PhD ਕਰੋਗੇ, ਜਦ ਤੱਕ ਤੁਸੀਂ ਪੜ੍ਹੀ ਜਾਓਗੇ ਤਦ ਤੱਕ ਤੁਹਾਨੂੰ ਵਜ਼ੀਫਾ ਮਿਲਦਾ ਰਹੂਗਾ ਅਤੇ ਤੁਹਾਡੀ ਪੜ੍ਹਾਈ ਦੇ ਲੈਵਲ ਦੇ ਨਾਲ ਨਾਲ ਵਜ਼ੀਫੇ ਦੀ ਰਾਸ਼ੀ ਵੀ ਵੱਧਦੀ ਜਾਵੇਗੀ। ਇਸ ਪੇਪਰ ਨੂੰ ਕਰਨ ਦਾ ਸਮਾਂ 2 ਘੰਟੇ ਆ, ਯਾਨੀ 2 ਘੰਟੇ ਵਿੱਚ ਤੁਸੀਂ 200 ਕੁਐਸਚਨਾਂ ਦੇ ਆਨਸਰ ਦੇਣੇ ਆ। ਔਰ ਸਾਰੇ ਕੁਐਸਚਨ ਤੁਹਾਡੇ ਮਲਟੀਪਲ ਚੋਇਸ ਹੋਣਗੇ, ਯਾਨੀ ਕੁਐਸਚਨ ਦਿੱਤਾ ਹੋਊਗਾ ਉਹਦੇ ਥੱਲੇ 4 ਆਨਸਰ ਹੋਣੇ, ਉਹਨਾਂ 'ਚੋਂ ਇੱਕ ਸਹੀ ਹੋਣਾ। ਤੁਸੀਂ ਉਹਨੂੰ ਜਿਹੜਾ ਆ OMR ਸ਼ੀਟ ਦੇ ਉੱਤੇ ਮਾਰਕ ਕਰਨਾ ਆ। ਇਸ ਵਿੱਚ ਵਿਗਿਆਨ, ਹਿਸਾਬ, ਸਮਾਜਿਕ ਸਿੱਖਿਆ, ਇਹ 3 ਵਿਸ਼ੇ ਆ। ਨਾਲ ਮੈਂਟਲ ਐਬਿਲਿਟੀ ਮਤਲਬ ਤੁਹਾਡਾ ਮਾਨਸਿਕ ਸਤਰ ਕਿੰਨਾ ਕੁ ਉੱਚਾ ਹੈ, ਕਿਸ ਤਰ੍ਹਾਂ ਤੁਸੀਂ ਕਿਸੇ ਵੀ ਇਕੁਏਸ਼ਨ ਨੂੰ ਜਾਂ ਕੋਈ ਵੀ, ਜਿਵੇਂ ਤੁਹਾਡੇ ਇੰਗਲਿਸ਼ ਦੇ ਵਿੱਚੋਂ ਵੀ ਕੁਛ ਪੁੱਛਿਆ ਜਾ ਸਕਦਾ, ਤੁਹਾਡੀ ਜਨਰਲ ਜੋ ਡੇਲੀ ਲਾਈਫ ਹੈ ਉਹਦੇ ਵਿੱਚੋਂ ਵੀ ਕੁਛ ਪੁੱਛਿਆ ਜਾ ਸਕਦਾ ਆ। ਤੁਸੀਂ ਉਹਨਾਂ ਦੇ ਆਨਸਰ ਆਪਣੇ ਦਿਮਾਗ ਨਾਲ ਸੋਚ ਕੇ ਦੇਣੇ ਆ, ਉਹਨੂੰ ਅਸੀਂ ਮੈਂਟਲ ਐਬਿਲਿਟੀ ਕਹਿੰਦੇ ਹਾਂ। ਤਾਂ ਇਹ ਸੀ ਇਸ NTSC ਦੇ ਬਾਰੇ ਜਾਣਕਾਰੀ ਤੁਹਾਡੇ ਲਈ। ਅੱਗੇ ਆਪਾਂ ਇਸ ਪੇਪਰ ਨੂੰ ਦੇਖਦੇ ਹਾਂ ਜੋ ਆਇਆ ਸੀਗਾ। ਇਸ ਤਰ੍ਹਾਂ ਦਾ ਪੇਪਰ ਆਏਗਾ ਤੁਹਾਨੂੰ। NTSC ਮਤਲਬ ਨੈਸ਼ਨਲ ਟੈਲੈਂਟ ਸਰਚ ਐਗਜ਼ਾਮੀਨੇਸ਼ਨ, NTSC। ਅਤੇ ਪੰਜਾਬ ਦਾ ਜਿਹੜਾ ਸਟੇਜ 1 ਪੰਜਾਬ ਪੱਧਰੀ ਐਗਜ਼ਾਮ ਸੀਗਾ, ਦੇਖੋ 10ਵੀਂ ਬੇਸ ਲਿਖਿਆ ਹੋਇਆ, 2018 ਦਾ ਪੇਪਰ ਆ। ਇਹਦੇ ਵਿੱਚ ਵੀ ਕੁਛ ਇੰਸਟਰਕਸ਼ਨਸ ਦਿੱਤੀਆਂ ਹੋਣੀਆਂ ਤੁਹਾਨੂੰ। ਇਹ ਪ੍ਰੀਖਿਆ 2 ਭਾਗਾਂ ਵਿੱਚ ਹੈ। ਹਰੇਕ ਪ੍ਰਸ਼ਨ ਦਾ 1 ਅੰਕ ਹੈ, ਸਾਰੇ ਪ੍ਰਸ਼ਨ ਜ਼ਰੂਰੀ ਹਨ। ਤੁਹਾਨੂੰ ਇਸ ਪ੍ਰਸ਼ਨ ਪੱਤਰ ਲਈ ਉੱਤਰ ਸ਼ੀਟ ਦਿੱਤੀ ਗਈ ਹੈ। ਉੱਤਰ ਸ਼ੀਟ OMR ਸ਼ੀਟ ਤੁਹਾਨੂੰ ਪਤਾ ਹੈ ਬੱਚਿਓ, ਇੱਕ ਗੋਲੇ ਜਿਹੇ ਲੱਗੇ ਹੁੰਦੇ, ਉਹਨੂੰ ਕਾਲਾ ਕਰਨਾ ਹੁੰਦਾ। ਵਿੱਚ ਪ੍ਰਸ਼ਨ ਦੇ ਸਹੀ ਉੱਤਰ ਨੂੰ ਕਾਲੇ ਅਤੇ ਨੀਲੇ ਬਾਲ ਪੈਨ ਨਾਲ ਭਰ ਕੇ ਦਰਸਾਓ। ਕੱਚਾ ਕੰਮ ਕਰਨ ਲਈ ਖਾਲੀ ਥਾਂ ਦਿੱਤੀ ਗਈ ਹੈ, ਯਾਨੀ ਵਿੱਚ ਕੁਛ ਜਗ੍ਹਾ ਦਿੱਤੀ ਜਿਹਦੇ ਵਿੱਚ ਤੁਸੀਂ ਰਫ ਵਰਕ ਕਰਨਾ। ਇਸ ਪ੍ਰੀਖਿਆ ਵਿੱਚ ਰਿਣਾਤਮਕ ਮਾਰਕਿੰਗ ਨਹੀਂ ਹੈ, ਯਾਨੀ ਨੈਗੇਟਿਵ ਮਾਰਕਿੰਗ ਨਹੀਂ ਹੈ। ਇਸ ਤੋਂ ਮਤਲਬ ਇਹ ਹੈ ਵੀ ਜੇ ਤੁਹਾਡਾ ਕੋਈ ਕੁਐਸਚਨ ਦਾ ਆਨਸਰ ਗਲਤ ਹੁੰਦਾ ਤਾਂ ਤੁਹਾਡੇ ਨੰਬਰ ਕੱਟੇ ਨਹੀਂ ਜਾਣੇ, ਉਹਨੂੰ ਅਸੀਂ ਜਿਹੜਾ ਨੈਗੇਟਿਵ ਮਾਰਕਿੰਗ ਕਹਿੰਦੇ ਹਾਂ। ਤਾਂ ਪਹਿਲਾ ਭਾਗ ਮੈਂਟਲ ਐਬਿਲਿਟੀ ਦਾ, ਇਹਦੇ ਵਿੱਚ 100 ਪ੍ਰਸ਼ਨ ਹੋਣਗੇ ਅਤੇ ਇਸ ਤਰ੍ਹਾਂ ਦੇ ਪ੍ਰਸ਼ਨ ਹੋਣਗੇ। ਅਕਸਰ ਤੁਹਾਡੀ ਤਿਆਰੀ ਕਰਾਈ ਜਾਂਦੀ ਹੈ, ਜਿਵੇਂ ਦਿੱਤਾ ਹੋਇਆ ਨਿਰਦੇਸ਼ ਦਿੱਤਾ ਵੀ 1 ਤੋਂ 12 ਵਿੱਚ ਅੰਕਾਂ ਦੀ ਲੜੀ ਦਿੱਤੀ ਗਈ ਹੈ। ਅੰਕਾਂ ਵਿੱਚ 1 ਥਾਂ ਖਾਲੀ ਛੱਡੀ ਗਈ ਹੈ। ਹੇਠਾਂ ਦਿੱਤੇ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ। ਪਹਿਲਾ ਪ੍ਰਸ਼ਨ ਹੈ 1000, 11,000, 9900, 10,890, 9801 ਅਤੇ ਅੱਗੇ ਖਾਲੀ ਥਾਂ ਛੱਡੀ ਹੈ। ਥੱਲੇ 4 ਆਨਸਰ ਹੈ, ਉਹਨਾਂ 'ਚੋਂ ਇੱਕ ਆਨਸਰ ਸਹੀ ਹੈ ਅਤੇ ਸਾਡਾ ਦੂਸਰਾ ਆਨਸਰ ਸਹੀ ਹੈ। ਤੁਸੀਂ ਇਹਨਾਂ ਨੂੰ ਆਪਣੇ ਅਧਿਆਪਕ ਦੀ ਸਹਾਇਤਾ ਨਾਲ ਇਹਨੂੰ ਸੋਲਵ ਕਰਕੇ ਦੇਖਣਾ ਹੈ, ਤਾਂ ਹੀ ਤੁਹਾਡੀ ਤਿਆਰੀ ਤਾਂ ਹੋਊਗੀ, ਤੁਹਾਨੂੰ ਪਤਾ ਲੱਗੂ ਵੀ ਕਿਵੇਂ ਇਹ ਆਨਸਰ ਆਇਆ ਹੈ। ਇਸੇ ਤਰ੍ਹਾਂ ਦੂਸਰਾ ਪ੍ਰਸ਼ਨ ਹੈ, ਉਹਦਾ ਉੱਤਰ
ਚੌਥਾ ਹੈਗਾ 7/13। ਤੀਸਰਾ ਪ੍ਰਸ਼ਨ ਫਿਰ ਆ ਗਿਆ ਤੁਹਾਡੇ ਕੋਲ 3 12 27 48 75 108। ਅੱਗੇ ਖਾਲੀ ਜਗ੍ਹਾ ਆ, ਉਸ ਦਾ ਆਨਸਰ ਤੁਹਾਨੂੰ ਦਿੱਤਾ ਹੋਇਆ ਥੱਲੇ। ਚਾਰਾਂ ਆਨਸਰਾਂ 'ਚੋਂ ਇੱਕ ਆਨਸਰ ਜਿਹੜਾ ਸਹੀ ਆ ਉਹ ਹੈਗਾ 147 ਆ। ਫਿਰ ਚੌਥਾ ਆ, ਤੁਸੀਂ ਦੇਖੋ ਚੌਥੇ ਦਾ ਆਨਸਰ 24 ਦਿੱਤਾ ਗਿਆ ਤੁਹਾਡੇ ਲਈ, ਪੰਜਵੇਂ ਦਾ ਆਨਸਰ 0 ਦਿੱਤਾ ਗਿਆ, ਛੇਵੇਂ ਦਾ ਆਨਸਰ 52 ਦਿੱਤਾ ਗਿਆ ਹੈ। ਇੱਦਾਂ ਹੀ ਅੱਗੇ ਸੱਤਵਾਂ ਪ੍ਰਸ਼ਨ ਹੈਗਾ 45 54 47 49 56 51। ਇੱਕ ਸੀਰੀਜ਼ ਆ, ਤੁਸੀਂ ਦੇਖਣਾ ਵੀ ਇਹ ਸੀਰੀਜ਼ ਜਿਵੇਂ 45 ਤੋਂ ਬਾਅਦ 54 ਕਿਵੇਂ ਆ, 54 ਤੋਂ ਬਾਅਦ 47, ਇਹ ਸਾਰਿਆਂ ਦੇ ਵਿੱਚ ਸਮਿਟਰੀ ਸੇਮ ਹੋਊਗੀ। ਜੋ ਵੀ ਇਹਦੇ ਵਿੱਚ ਫਾਰਮੂਲਾ ਜਾਂ ਜੋ ਵੀ ਇਹਦੇ ਵਿੱਚ ਪਲੱਸ ਮਾਈਨਸ ਦੀ ਗੱਲ ਦਿੱਤੀ ਗਈ ਹੋਊਗੀ ਸੇਮ ਹੋਊਗੀ, ਅਤੇ ਤੁਸੀਂ ਉਸ ਹਿਸਾਬ ਨਾਲ ਉਹਨੂੰ ਸੋਲਵ ਕਰਨਾ ਆ। ਤਾਂ ਇਸ ਦਾ ਆਨਸਰ ਹੈਗਾ 55। ਇਸੇ ਤਰ੍ਹਾਂ 8ਵਾਂ ਪ੍ਰਸ਼ਨ ਹੈ 3 20 63 144 275। ਇਹਦਾ ਆਨਸਰ 468 ਆ। 9ਵੇਂ ਦਾ ਆਨਸਰ 1 ਆ। 10ਵੇਂ ਦਾ ਆਨਸਰ 654 ਆ। ਕਿਉਂਕਿ 200 ਪ੍ਰਸ਼ਨ ਹੈ, ਇਸ ਕਰਕੇ ਥੋੜ੍ਹੀ ਜਿਹੀ ਤੇਜ਼ੀ ਨਾਲ ਆਪਾਂ ਕਰ ਰਹੇ ਹਾਂ। ਜਿੱਥੇ ਤੁਹਾਨੂੰ ਲੋੜ ਹੈਗੀ ਤੁਸੀਂ ਉਸ ਦਾ ਸਕਰੀਨਸ਼ਾਟ ਲੈ ਸਕਦੇ ਹੋ, ਜਾਂ ਉਹਨੂੰ ਪੌਜ਼ ਕਰਕੇ ਵੀਡੀਓ ਨੂੰ ਰੋਕ ਕੇ ਉਸ ਚੀਜ਼ ਨੂੰ ਤੁਸੀਂ ਆਪਣਾ ਸੋਲਵ ਕਰਕੇ ਤਸੱਲੀ ਨਾਲ ਦੇਖ ਸਕਦੇ ਹੋ। ਅੱਗੇ 13 ਤੋਂ 17 ਪ੍ਰਸ਼ਨ ਜਿਹੜੇ ਆ, ਅੰਗਰੇਜ਼ੀ ਅੱਖਰਾਂ ਦੀ ਲੜੀ ਨੂੰ ਪੂਰਾ ਕਰਨ ਲਈ ਸਹੀ ਵਿਕਲਪ ਚੁਣੋ। ਤਾਂ ਦਿੱਤੇ ਗਏ ਆ, ਉਹਨੂੰ ਤੁਸੀਂ ਦੇਖੋ। 13ਵੇਂ ਦਾ ਆਨਸਰ BA BBB ਆ। ਉਸ ਤੋਂ ਬਾਅਦ 14th ਕੁਐਸਚਨ ਹੈਗਾ ਆ BMX DNW FOU। ਤਾਂ ਇਹਦੇ ਵਿੱਚ ਵੀ ਇੱਕ ਸਮਿਟਰੀ ਆ, ਇੱਕ ਸੀਕੁਐਂਸ ਆ। ਤਾਂ ਆਨਸਰ ਆਏਗਾ HPT। ਇਸੇ ਤਰ੍ਹਾਂ 15ਵਾਂ ਆ, ਉਹਦਾ ਆਨਸਰ 2 ਆਪਸ਼ਨ ਹੈ, 2 ਖਾਲੀ ਥਾਵਾਂ ਹੈ, ਇੱਕ 'ਚ I ਆਏਗੀ, ਇੱਕ 'ਚ M ਆਏਗਾ। ਇੱਦਾਂ ਹੀ 16ਵਾਂ ਪ੍ਰਸ਼ਨ ਆ। ਫਿਰ 17ਵਾਂ ਪ੍ਰਸ਼ਨ ਆ, ਉਹਦਾ ਆਨਸਰ ਚੌਥਾ ਆ। ਫਿਰ ਇੱਕ ਤੁਹਾਨੂੰ ਫਿਗਰ ਦਿੱਤੀ ਗਈ ਆ। 18 ਤੋਂ 23 ਪ੍ਰਸ਼ਨ ਜਿਹੜੇ ਹੈਗੇ ਇਹਦੇ ਵਿੱਚ ਫਿਗਰ ਨਾਲ ਸੰਬੰਧਿਤ ਹੈ, ਫੋਟੋ ਦਿੱਤੀ ਹੋਈ ਆ। ਤੁਸੀਂ ਦੇਖਣਾ ਆ ਵੀ ਉਹਦੇ ਮੁਤਾਬਕ ਕੀ ਆਨਸਰ ਆਏਗਾ। ਤਾਂ 18ਵੇਂ ਪ੍ਰਸ਼ਨ ਦਾ ਆਨਸਰ 126 ਦਿੱਤਾ ਗਿਆ। ਖਾਲੀ ਥਾਂ ਦੇਖੋ ਇੱਕ ਜਗ੍ਹਾ ਛੱਡੀ, ਉਹਦੇ 'ਚ ਕੁਐਸਚਨ ਮਾਰਕ ਪਾਇਆ। ਉਹਨੂੰ ਸੋਲਵ ਕਰਕੇ ਤੁਸੀਂ ਦੇਖੋਗੇ ਕਿ ਆਨਸਰ 126 ਆਉਣਾ ਚਾਹੀਦਾ। ਇਸੇ ਤਰ੍ਹਾਂ 19ਵਾਂ ਪ੍ਰਸ਼ਨ ਆ, ਤਾਂ ਇਹਦਾ ਆਨਸਰ ਵੀ ਜਿਹੜਾ 54 ਆਉਣਾ ਚਾਹੀਦਾ। 20ਵਾਂ ਪ੍ਰਸ਼ਨ ਦੇਖੋ ਬੱਚਿਓ, ਜਿੱਥੇ ਕੁਐਸਚਨ ਮਾਰਕ ਦਿੱਤਾ ਆ ਉਸ ਜਗ੍ਹਾ ਨੂੰ ਆਪਾਂ ਭਰਨ ਦੀ ਕੋਸ਼ਿਸ਼ ਕਰਨੀ ਆ, ਬਾਕੀ ਸਾਰੀਆਂ ਜਿਹੜੀਆਂ ਚੀਜ਼ਾਂ ਭਰੀਆਂ ਹੋਈਆਂ ਉਹਦੀ ਸਹਾਇਤਾ ਦੇ ਨਾਲ। ਅਤੇ ਆਨਸਰ ਸਾਡਾ ਤੀਸਰਾ ਆ 10। ਇਸੇ ਤਰ੍ਹਾਂ 21ਵਾਂ ਆ, ਉਹਦਾ ਆਨਸਰ ਸਾਡਾ ਹੈਗਾ 7। 22ਵਾਂ ਪ੍ਰਸ਼ਨ ਆ, ਸਟਾਰ ਵਾਂਗੂ ਬਣਿਆ ਹੋਇਆ, ਉਹਦੇ ਵਿੱਚ ਇੱਕ ਕੁਐਸਚਨ ਮਾਰਕ ਲੱਗਾ, ਤੁਸੀਂ ਦੇਖੋ 15 ਦੇ ਨਾਲ। ਉਸ ਜਗ੍ਹਾ ਨੂੰ ਆਪਾਂ ਫਿਲ ਕਰਨਾ ਆ, ਅਤੇ ਫਿਲ ਕਰਦਿਆਂ ਸਾਡਾ ਆਨਸਰ ਆਉਣਾ ਚਾਹੀਦਾ ਹੈ 14। ਇਸੇ ਤਰ੍ਹਾਂ 23ਵਾਂ ਪ੍ਰਸ਼ਨ ਹੈ, ਉਹਦਾ ਆਨਸਰ ਆਉਣਾ ਚਾਹੀਦਾ ਆ ਦੂਸਰਾ। ਨੈਕਸਟ 24 ਤੋਂ 27 ਤੁਸੀਂ ਦੇਖੋ ਬੱਚਿਓ, ਅਲੱਗ-ਅਲੱਗ ਤਰ੍ਹਾਂ ਦੇ ਪ੍ਰਸ਼ਨ ਹੈਗੇ ਆ। ਕਿਸੇ 7 ਪ੍ਰਸ਼ਨ ਹੈ, ਕਿਸੇ 10 ਪ੍ਰਸ਼ਨ ਹੈਗੇ ਆ। ਇਸੇ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਪੁੱਛੀਆਂ ਜਾਣਗੀਆਂ, ਇੰਗਲਿਸ਼ ਵੀ ਪੁੱਛੀਆਂ ਜਾਣਗੀਆਂ, ਫਿਗਰ ਵੀ ਪੁੱਛੀ ਜਾਊਗੀ, ਨੰਬਰ ਵੀ ਪੁੱਛੇ ਜਾਣਗੇ। ਤਾਂ ਇਹ ਸਾਰੀ ਤਿਆਰੀ ਤੁਸੀਂ ਇਸੇ ਹਿਸਾਬ ਨਾਲ ਕਰਨੀ, ਇਸੇ ਕਰਕੇ ਤੁਹਾਨੂੰ ਇਹ ਦਿਖਾਇਆ ਜਾ ਰਿਹਾ ਹੈ। 24 ਤੋਂ 27 ਪ੍ਰਸ਼ਨਾਂ ਦੇ ਵਿੱਚ 2 ਖੱਬੇ ਪਾਸੇ ਅੰਕਾਂ ਅੱਖਰਾਂ ਵਿੱਚ ਕੋਈ ਸੰਬੰਧ ਹੈ, ਉਸੇ ਹੀ ਸੰਬੰਧ ਨੂੰ ਨਿਸ਼ਾਨ ਦੇ ਸੱਜੇ ਪਾਸੇ ਸਥਾਪਿਤ ਕਰਕੇ ਉੱਤਰ ਦਿਓ। ਹੁਣ ਜਿੱਥੇ ਕੁਐਸਚਨ ਮਾਰਕ ਦਿੱਤਾ ਆ, ਹੁਣ ਜਿਵੇਂ 2 ਪ੍ਰਸ਼ਨ, ਜਿਵੇਂ BC ਦਾ ਸੰਬੰਧ DI ਨਾਲ ਕਿਸ ਤਰ੍ਹਾਂ ਦਾ, ਉਹੀ ਸੰਬੰਧ DE ਦਾ ਅੱਗੇ ਕਿਹਦੇ ਨਾਲ ਹੋਊਗਾ, ਥੱਲੇ 4 ਆਪਸ਼ਨਾਂ 'ਚੋਂ ਇਹ ਆਪਾਂ ਲੱਭਣਾ ਆ। ਤਾਂ ਆਨਸਰ ਸਾਡਾ ਹੈਗਾ PY। ਠੀਕ ਹੈ। 25ਵੇਂ ਪ੍ਰਸ਼ਨ ਦਾ ਆਨਸਰ ਕੀ ਦੇ ਵਿੱਚ ਆਨਸਰ ਨਹੀਂ ਸੀਗਾ, ਇਸ ਕਰਕੇ ਨਹੀਂ ਮਾਰਕ ਕੀਤਾ। ਇਸੇ ਤਰ੍ਹਾਂ 26ਵਾਂ ਪ੍ਰਸ਼ਨ ਹੈਗਾ ਆ, ਇਹਦਾ ਆਨਸਰ 2 ਆ, 72106। 27ਵਾਂ ਪ੍ਰਸ਼ਨ ਦੇਖੋ, ਕਮਾਂਡਰ ਜਲ ਸੈਨਾ 'ਚ ਹੁੰਦਾ ਹੈ। ਕਮਾਂਡਰ ਇੱਕ ਅਹੁਦਾ ਆ, ਜੇ ਉਹ ਜਲ ਸੈਨਾ 'ਚ ਹੁੰਦਾ, ਅਤੇ ਬ੍ਰਿਗੇਡੀਅਰ ਕਿਹੜੀ ਸੈਨਾ 'ਚ ਹੁੰਦਾ ਨਾ, ਤਾਂ ਬ੍ਰਿਗੇਡੀਅਰ ਹੁੰਦਾ ਥਲ ਸੈਨਾ ਦੇ ਵਿੱਚ, ਥਲ ਸੈਨਾ ਆਰਮੀ ਦੇ ਵਿੱਚ। ਇਸੇ ਤਰ੍ਹਾਂ ਇਹ ਰਿਲੇਸ਼ਨ ਜਿਹੜੇ ਆਪਾਂ ਦੇਖਣੇ ਆ ਨਾ। ਅੱਗੇ 28 ਤੋਂ 31 ਪ੍ਰਸ਼ਨ ਜਿਹੜੇ ਆ, ਇਹਨਾਂ 'ਚੋਂ ਔਡ ਵਨ ਚੁਣਨਾ ਆਪਾਂ, ਮਤਲਬ ਬਾਕੀ ਸਾਰੇ ਇੱਕੋ ਕਿਸਮ ਦੇ ਹੋਣਗੇ, ਇੱਕ ਚੀਜ਼ ਅਲੱਗ ਹੋਊਗੀ।
ਤਾਂ 28ਵਾਂ ਪ੍ਰਸ਼ਨ ਦੇ ਵਿੱਚ ਦੇਖੋ, ਕਣਕ, ਚਾਵਲ ਤੇ ਸਰੋਂ। ਕਣਕ, ਜੌਂ, ਚਾਵਲ ਤੇ ਸਰੋਂ ਦੇ ਵਿੱਚੋਂ ਜੌਂ ਜਿਹੜਾ ਅਲੱਗ ਕਿਸਮ ਦੀ ਚੀਜ਼ ਹੈਗੀ ਹੈ। ਇਸੇ ਤਰ੍ਹਾਂ ਕੋਲਾ, ਪੈਟਰੋਲੀਅਮ, ਬਾਇਓਗੈਸ ਤੇ ਕੁਦਰਤੀ ਗੈਸ ਚੋਂ ਕੁਦਰਤੀ ਗੈਸ ਜਿਹੜੀ ਉਹ ਅਲੱਗ ਤਰ੍ਹਾਂ ਦੀ ਕਿਸਮ ਹੈਗੀ ਆ, ਔਡ ਵਨ ਆ। ਫਿਰ 30ਵੇਂ ਦੇ ਵਿੱਚ ਪਹਿਲਾ 2:4, 31ਵੇਂ ਦੇ ਵਿੱਚ 31:97। ਇਹ ਕਿਵੇਂ ਆ ਤੁਸੀਂ ਸੋਲਵ ਤੁਸੀਂ ਖੁਦ ਕਰਨਾ ਹੈ, ਤੁਹਾਨੂੰ ਸਿਰਫ ਆਨਸਰ ਦਿੱਤੇ ਸਿਰਫ ਤੁਹਾਡੀ ਹੈਲਪ ਦੇ ਲਈ, ਅਤੇ ਆਨਸਰ ਖੁਦ ਤੁਸੀਂ ਆਪ ਲੱਭਣੇ। ਇੱਦਾਂ ਹੀ ਅੱਗੇ 32ਵੇਂ ਦਾ ਆਨਸਰ 3 ਆ, 33ਵੇਂ ਦਾ ਆਨਸਰ ਪਹਿਲਾ ਆ, 34ਵੇਂ ਦਾ ਆਨਸਰ ਦੂਸਰਾ ਆ, 35ਵੇਂ ਦਾ ਚੌਥਾ ਆ, ਅਤੇ 36ਵੇਂ ਦਾ ਤੀਸਰਾ ਆ। ਅੱਗੇ 37 ਤੋਂ 38, A+B ਮਤਲਬ A B ਦਾ ਪੁੱਤਰ ਹੈ, A-B ਮਤਲਬ A B ਦੀ ਪਤਨੀ ਹੈ, A×B ਮਤਲਬ A B ਦਾ ਭਰਾ ਹੈ, A+B ਦਾ ਮਤਲਬ A B ਦੀ ਮਾਂ ਹੈ। ਇਹ ਇੱਕ ਰਿਸ਼ਤਾ ਜਿਹਾ ਬਣਾਇਆ ਹੈ, ਤੁਸੀਂ ਇਹਦੇ ਮੁਤਾਬਕ ਦੱਸਣਾ P+Q = P+R-Q ਦਾ ਕੀ ਮਤਲਬ ਹੈ। ਅਤੇ ਇਹਦਾ ਆਨਸਰ ਜਿਹੜਾ ਹੈਗਾ ਪਹਿਲਾ ਆ, QP ਦਾ ਪਿਤਾ ਹੈ। ਇਸੇ ਤਰ੍ਹਾਂ 38ਵਾਂ ਪ੍ਰਸ਼ਨ ਹੈ, P×R+Q ਦਾ ਕੀ ਮਤਲਬ ਹੈ। ਇਹਦੇ ਦੋ ਰਿਲੇਸ਼ਨ ਹੈ, ਪਹਿਲਾ ਅਤੇ ਤੀਸਰਾ। ਉਹ ਆਨਸਰ ਆਪਾਂ ਦੇਖ ਸਕਦੇ ਹਾਂ। 39ਵਾਂ ਪ੍ਰਸ਼ਨ ਹੈਗਾ, ਇਹਦਾ ਵੀ ਆਨਸਰ ਤੀਸਰਾ ਆ। ਇਸ ਤੋਂ ਬਾਅਦ 40 ਤੇ 41 ਪ੍ਰਸ਼ਨ ਹੈਗਾ ਆ। 6 ਵਿਦਿਆਰਥੀ ABCDEF ਮੈਦਾਨ ਵਿੱਚ ਬੈਠੇ ਹਨ। A ਤੇ B ਦਾ ਸੰਬੰਧ ਨਹਿਰੂ ਹਾਊਸ ਤੇ ਬਾਕੀਆਂ ਦਾ ਸੰਬੰਧ ਗਾਂਧੀ ਹਾਊਸ ਨਾਲ ਹੈ। D ਤੇ F ਲੰਬੇ ਹਨ ਅਤੇ ਬਾਕੀ ਛੋਟੇ ਹਨ। A-C-D ਤੇ ਐਨਕ ਲੱਗੀ ਹੋਈ ਹੈ, ਬਾਕੀ ਕਿਸੇ ਦੇ ਐਨਕ ਨਹੀਂ ਲੱਗੀ ਹੋਈ। ਇਹਨੂੰ ਧਿਆਨ ਨਾਲ ਸਮਝਣਾ ਆ। ਫਿਰ ਅੱਗੇ ਦੇਖੋ ਪ੍ਰਸ਼ਨ ਕੀ ਹੈ, ਗਾਂਧੀ ਹਾਊਸ ਦੇ ਕਿਹੜੇ ਛੋਟੇ ਕੱਦ ਦੇ ਵਿਦਿਆਰਥੀ ਨੇ ਐਨਕ ਨਹੀਂ ਲਾਈ ਹੈ। ਤਾਂ ਉਹ ਕੌਣ ਆ, E ਵਿਦਿਆਰਥੀ 6 ਹੀ, ਉਹਨਾਂ 'ਚੋਂ E ਵਿਦਿਆਰਥੀ ਦੇ ਐਨਕ ਨਹੀਂ ਲੱਗੀ। ਫਿਰ ਗਾਂਧੀ ਹਾਊਸ ਦੇ ਕਿਹੜੇ ਲੰਬੇ ਵਿਦਿਆਰਥੀ ਨੂੰ ਐਨਕ ਨਹੀਂ ਲੱਗੀ, F। ਇਸੇ ਤਰ੍ਹਾਂ 42ਵੇਂ ਦਾ ਆਨਸਰ X ਆ। 43ਵੇਂ ਦਾ ਆਨਸਰ ਮਾਲਾ ਆ। ਉਸ ਤੋਂ ਬਾਅਦ 44ਵਾਂ ਪ੍ਰਸ਼ਨ ਹੈਗਾ, ਕੁਛ ਉੱਤੋਂ ਥੋੜ੍ਹਾ ਜਿਹਾ ਕੱਟਿਆ ਗਿਆ ਆ, ਆਨਸਰ ਉਹਦਾ ਦੂਸਰਾ ਆ। 45ਵਾਂ ਪ੍ਰਸ਼ਨ ਹੈਗਾ, 60 ਵਿਦਿਆਰਥੀਆਂ ਦੀ ਸ਼੍ਰੇਣੀ ਵਿੱਚ ਲੜਕਿਆਂ ਨਾਲੋਂ 2 ਗੁਣਾ ਹਨ, ਵਿੱਚ ਕੁਨਾਲ ਉੱਪਰਲੇ ਪਾਸੇ ਤੋਂ 17ਵੇਂ ਸਥਾਨ 'ਤੇ ਹੈ। ਜੇਕਰ ਕੁਨਾਲ ਤੋਂ ਅੱਗੇ 9 ਲੜਕੀਆਂ ਹੋਣ ਤਾਂ ਉਸ ਦੇ ਰੈਂਕ ਤੋਂ ਬਾਅਦ ਕਿੰਨੇ ਲੜਕੇ ਆਉਣਗੇ। ਤਾਂ ਆਨਸਰ ਇਹਦਾ 12 ਆ। ਇਸੇ ਤਰ੍ਹਾਂ 46ਵਾਂ ਪ੍ਰਸ਼ਨ ਹੈ, ਉਹਦਾ ਆਨਸਰ 30 ਸਾਲ ਆ। 47ਵਾਂ ਪ੍ਰਸ਼ਨ ਆ, 10 ਲੜਕੀਆਂ ਦੀ ਇੱਕ ਲਾਈਨ ਵਿੱਚ ਵਰੁਣ ਨੂੰ ਜੇਕਰ ਖੱਬੇ ਪਾਸੇ ਦੇ 2 ਸਥਾਨ ਖਿਸਕਾਇਆ ਜਾਵੇ ਤਾਂ ਉਹ ਖੱਬੇ ਪਾਸੇ ਦੇ 7ਵੇਂ ਸਥਾਨ 'ਤੇ ਆ ਜਾਵੇਗਾ। ਲਾਈਨ ਵਿੱਚ ਉਹ ਪਹਿਲੇ ਸੱਜੇ ਸਥਾਨ ਤੋਂ ਕਿਹੜੇ ਸਥਾਨ 'ਤੇ ਸੀ। ਤਾਂ ਉਹ ਦੂਸਰੇ ਸਥਾਨ 'ਤੇ ਸੀ। ਇੱਦਾਂ ਹੀ 48ਵਾਂ ਅਤੇ 49ਵਾਂ ਪ੍ਰਸ਼ਨ ਹੈਗਾ, ਸਮੀਕਰਨ ਹੈਗੇ ਆ ਅਤੇ ਇਹਨਾਂ ਨੂੰ ਹੱਲ ਕਰਨਾ ਆਪਾਂ ਦੇਖਣਾ ਵੀ ਕਿਸੇ ਤਰ੍ਹਾਂ ਕਰਕੇ ਵੀ ਆਨਸਰ ਆਉਂਦਾ ਆ। ਹੁਣ 24, 16, 8 ਅਤੇ 32 ਇਹਨਾਂ ਨੂੰ ਕਿਵੇਂ ਕਰਾਂਗੇ ਅਤੇ ਸਾਡਾ ਆਨਸਰ 32 ਆਊਗਾ। ਜਿਵੇਂ 24 ਨੂੰ 16 ਨਾਲ ਪਲੱਸ ਕਰਾਂਗੇ, 16 ਨੂੰ ਬਾਕੀ ਉਹਦੇ 'ਚੋਂ ਫਿਰ 8 ਨੂੰ ਮਾਈਨਸ ਕਰਾਂਗੇ ਤਾਂ 32 ਆਨਸਰ ਆਉਣਾ ਚਾਹੀਦਾ ਆ। ਤਾਂ ਇਹ ਸਾਡਾ ਪਹਿਲੇ ਵਾਲਾ ਆਨਸਰ ਹੈਗਾ। ਇੱਦਾਂ ਹੀ 49ਵੇਂ ਦਾ ਤੀਸਰਾ ਆਨਸਰ ਆ, 50 ਦਾ ਪਹਿਲਾ ਆਨਸਰ ਆ। 51ਵਾਂ ਪ੍ਰਸ਼ਨ ਹੈ, ਕਰਨ ਤੇ ਅਰਜੁਨ ਇੱਕ ਸਮੇਂ 9 ਵਜੇ ਤੋਂ ਘੜੀ ਦੇ ਸਥਾਨ ਅਨੁਸਾਰ ਘੜੀ ਦੀ ਦਿਸ਼ਾ ਅਤੇ ਘੜੀ ਚੱਲਣ ਦੇ ਉਲਟ ਦਿਸ਼ਾ ਵਿੱਚ ਚੱਲਦੇ ਹਨ। ਦੋਵੇਂ ਇੱਕ ਹੀ ਵੇਗ ਅਨੁਸਾਰ ਚੱਲਦੇ ਹਨ। 15 ਮਿੰਟ ਚੱਲਣ ਤੋਂ ਬਾਅਦ ਕਰਨ ਤੇ ਅਰਜੁਨ ਕਿੱਥੇ ਹੋਣਗੇ। ਕਰਨ ਕਿੱਥੇ ਹੋਊਗਾ, ਉੱਤਰ ਵਾਲੇ ਪਾਸੇ, ਅਰਜੁਨ ਹੋਊਗਾ ਪੂਰਬ ਵਾਲੇ ਪਾਸੇ। ਇਹ ਤੁਸੀਂ ਫਿਗਰ ਜਦੋਂ ਕਾਪੀ 'ਤੇ ਡਰਾ ਕਰੋਗੇ ਤਾਂ ਇਹਦਾ ਆਨਸਰ ਤੁਹਾਨੂੰ ਲੱਭ ਜਾਏਗਾ। 52ਵਾਂ ਪ੍ਰਸ਼ਨ ਹੈ, ਇਹਦਾ ਆਨਸਰ ਉੱਤਰ, ਇਹ ਵੀ ਸਵੈ ਦਿਸ਼ਾ ਵਾਲੇ ਹੈਗਾ।
ਫਿਰ ਅੱਗੇ 53 ਪ੍ਰਸ਼ਨ ਵੀ ਸਦੀ ਦਾ ਆਖਰੀ ਦਿਨ ਕਿਹੜਾ ਨਹੀਂ ਹੋ ਸਕਦਾ। ਤਾਂ ਆਨਸਰ ਇਹ ਵੀਰਵਾਰ ਆ। ਇਹਨੂੰ ਹੱਲ ਕਰਕੇ ਦੇਖਣਾ ਤੁਸੀਂ। 5 ਨਵੰਬਰ 1999 ਨੂੰ ਕਿਹੜਾ ਦਿਨ ਸੀ ਪਤਾ ਕਰੋ। ਤਾਂ ਸ਼ੁੱਕਰਵਾਰ ਸੀ। ਸ਼ਾਮ 4 ਵਜੇ 4 ਤੇ 5 ਵਜੇ ਦੌਰਾਨ ਘੰਟਿਆਂ ਦੀਆਂ ਸੂਈਆਂ ਇੱਕ ਦੂਜੇ ਦੇ ਉੱਪਰ ਕਿਸ ਸਮੇਂ ਆਉਣਗੀਆਂ। 4 ਤੋਂ 5 ਵਜੇ ਦੇ ਦੌਰਾਨ ਜਦੋਂ ਸੂਈ ਵੱਡੀ ਸੂਈ ਅਤੇ ਛੋਟੀ ਸੂਈ ਇੱਕ ਦੂਜੇ ਉੱਤੇ ਕਿੰਨੇ ਵਜੇ ਆਊਗੀ ਉਹ ਇਹਦੇ ਵਿੱਚੋਂ ਆਪਾਂ ਲੱਭਣਾ। ਤੀਸਰਾ ਆਨਸਰ ਆ। 56ਵਾਂ ਪ੍ਰਸ਼ਨ ਦਾ ਕਿਸ ਸਦੀ ਵਿੱਚ 29 ਦਿਨ ਹੋਣਗੇ। ਸਦੀ ਦੀ ਗੱਲ ਕੀਤੀ ਹੈ ਤਾਂ 2500 ਸਦੀ ਦੇ ਵਿੱਚ 29 ਦਿਨ ਹੋਣਗੇ। ਅੱਗੇ ਫਿਰ ਪ੍ਰਸ਼ਨ ਆ ਜਾਂਦੇ ਆ। 57ਵਾਂ ਪ੍ਰਸ਼ਨ ਆ। ਕੁੱਲ ਕਿੰਨੇ ਛੋਟੇ ਘਨ ਹਨ ਜੋ ਦੋ ਪਾਸਿਆਂ ਤੋਂ ਰੰਗੇ ਹੋਏ ਹਨ। ਤਾਂ ਉਹ 16 ਆਨਸਰ ਹੈ ਇਹਦਾ। ਇਸੇ ਤਰ੍ਹਾਂ 58ਵਾਂ ਪ੍ਰਸ਼ਨ ਆ। 8 ਆਨਸਰ ਆ। 59 ਪ੍ਰਸ਼ਨ ਹੈਗਾ ਇਹਦਾ ਵੀ 8 ਆਨਸਰ ਆ। 60 ਪ੍ਰਸ਼ਨ ਆ ਇਹਦਾ ਕੋਈ ਨਹੀਂ। 61 ਤੋਂ 62 ਪ੍ਰਸ਼ਨ ਦੇ ਵਿੱਚ ਇੱਕ ਫਿਗਰ ਦਿੱਤੀ ਗਈ ਹੈ ਤੁਸੀਂ ਦੇਖੋ ਧਿਆਨ ਦੇ ਨਾਲ। ਤਿਕੋਣ ਵਾਲੇ ਖੇਤਰ ਦਾ ਮਾਲਕ R ਹੈ, ਵਰਗ ਵਾਲੇ ਖੇਤਰ ਦਾ ਮਾਲਕ T ਹੈ, ਆਇਤਾਕਾਰ ਖੇਤਰ ਵਿੱਚ ਸਬਜ਼ੀਆਂ ਅਤੇ ਚੱਕਰ ਵਾਲੇ ਖੇਤਰ ਵਿੱਚ ਫਲ ਉਗਾਏ ਜਾਂਦੇ ਹਨ। ਹੁਣ ਦੇਖੋ ਵਿੱਚ 3-4 ਫਿਗਰਾਂ, ਇੱਕ ਸਰਕਲ ਹੈ, ਇੱਕ ਟਰਾਇੰਗਲ ਆ, ਇੱਕ ਸਕੁਏਅਰ ਆ, ਇੱਕ ਆਇਤ ਆ, ਹੈ ਨਾ। ਇਹ ਸਾਰਾ ਅਲੱਗ ਦਿੱਤੀ ਹੈ, ਦੱਸਿਆ ਵੀ ਕਿੱਥੇ ਕੀ ਬੀਜਿਆ ਜਾਂਦਾ। ਉਹਦੇ ਮੁਤਾਬਕ ਤੁਸੀਂ ਦੱਸਣਾ ਕਿਹੜੇ ਖੇਤਰ ਵਿੱਚ ਕੀ ਆ। ਤਾਂ ਆਨਸਰ 61 ਵਾਲਾ ਪੁੱਛਿਆ ਉਹਨੇ, ਸਬਜ਼ੀਆਂ ਦੇ ਫਲ ਕਿੱਥੇ ਉਗਾਏ ਜਾਂਦੇ। ਪਹਿਲਾ ਆਨਸਰ ਆ ਉਹਦਾ 62 ਦਾ। 62 ਦਾ ਆਨਸਰ ਤੀਸਰਾ ਆ, ਥੋੜ੍ਹੀ ਉੱਤੇ ਲੱਗੀ ਹੋਈ ਆ, ਮਾਰਕਸ ਗਲਤ ਆ। ਅੱਗੇ 63, 64, 65 ਦਾ ਆਨਸਰ ਆ ਉਹ ਫਿਗਰ ਦਿੱਤੀ ਹੋਈ ਇਹਦੇ ਮੁਤਾਬਕ ਦੇਖ ਕੇ ਦੱਸਣਾ ਅਤੇ ਉਹਨੂੰ ਮਾਰਕ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ। 66ਵਾਂ ਪ੍ਰਸ਼ਨ ਹੈਗਾ ਵੀ ਅੱਗੇ ਪਿੱਛੇ ਕੁਛ ਸ਼ਬਦ ਲਿਖੇ ਹੋਏ ਆ, ਲੈਟਰਸ ਲਿਖੇ ਆ, ਇਹ ਤੋਂ ਕਿਹੜਾ ਵਰਡ ਬਣਦਾ। ਤਾਂ ਵਰਡ ਬਣਦਾ ਕੋਲੈਬੋਰੇਸ਼ਨ। ਹੇਠਾਂ ਦਿੱਤੇ ਅੰਗਰੇਜ਼ੀ ਸ਼ਬਦਾਂ ਨੂੰ ਡਿਕਸ਼ਨਰੀ ਦੀ ਤਰਤੀਬ ਅਨੁਸਾਰ ਦੱਸੋ। ਡਿਕਸ਼ਨਰੀ ਵਿੱਚ A ਪਹਿਲਾਂ ਆਉਂਦਾ, ਫਿਰ B ਬਾਅਦ 'ਚ ਆਉਂਦਾ। ਉਹਦੇ ਤਰਤੀਬ ਵਿੱਚ ਦੱਸਣਾ ਵੀ ਸਭ ਤੋਂ ਪਹਿਲਾਂ ਕਿਹੜਾ ਅੱਖਰ ਆਉਣਾ ਚਾਹੀਦਾ ਸਾਰਿਆਂ ਦੇ ਵਿੱਚੋਂ। ਤਾਂ ਤਰਤੀਬ ਦੱਸੀ ਹੈ ਤੀਸਰੀ 5 4 3 2 1। ਪੈਸੀਮਿਸਟ ਪਹਿਲਾਂ ਆਏਗਾ, ਪੈਸਟ ਆਏਗਾ, ਫਿਰ ਪੈਸਟਰ ਆਏਗਾ, ਫਿਰ ਬਾਕੀ ਆਉਣਗੇ। ਅੰਗਰੇਜ਼ੀ ਵਰਨਮਾਲਾ ਦੇ ਅੱਖਰ ਨਾਲ ਲੱਗਦੇ 1 ਸਕੁਏਅਰ 2 ਸਕੁਏਅਰ 3 ਸਕੁਏਅਰ ਅਨੁਸਾਰ ਬਦਲ ਰਹੇ ਨਿਯਮ ਅਨੁਸਾਰ ਸਹੀ ਲੜੀ ਦੇ ਅੱਖਰ ਦੱਸੋ। ਤਾਂ ਉਹ ਤੁਸੀਂ ਦੇਖ ਲਓ, ਤੀਸਰਾ ਇਹਦਾ ਆਨਸਰ ਆ ਰਿਹਾ। ਅੱਗੇ 70ਵਾਂ ਪ੍ਰਸ਼ਨ ਹੈਗਾ, ਜੇ ਤੁਸੀਂ 1 ਤੋਂ 100 ਤੱਕ ਗਿਣਤੀ ਲਿਖਦੇ ਹੋਗੇ ਤਾਂ 3 ਕਿੰਨੀ ਵਾਰੀ ਆਏਗਾ। ਤਾਂ 3 ਕਿੰਨੀ ਵਾਰੀ ਹੋਊਗਾ 20 ਆਏਗਾ। ਇੱਕ ਤਾਂ ਜਦੋਂ ਆਪਾਂ 31 ਤੋਂ ਲੈ ਕੇ 40 ਦੀ ਸੀਰੀਜ਼ ਚੱਲਦੇ ਹਾਂ, ਠੀਕ ਹੈ, 9 ਵਾਰੀ ਉਦੋਂ ਆਉਂਦਾ। ਅਤੇ ਬਾਕੀ ਆਪਾਂ ਦੇਖੋ 3 3 3 ਕਰਕੇ ਚੱਲਦੇ ਹਾਂ ਅਤੇ 11 ਵਾਰੀ ਉਹ ਆਉਂਦਾ ਅਤੇ 20 ਵਾਰ ਜਿਹੜਾ ਤੁਹਾਡਾ 3 ਆਵੇਗਾ। ਇਸੇ ਤਰ੍ਹਾਂ ਅੱਗੇ ਆ। ਕੁੱਲ 324 ਸਿੱਕੇ ਜੋ ਕਿ 20 ਪੈਸੇ ਅਤੇ 25 ਪੈਸੇ ਦੇ ਹਨ ਦੀ ਕੁੱਲ ਰਕਮ 71 ਰੁਪਏ ਬਣਦੀ ਹੈ। ਉਸ ਵਿੱਚ 25 ਪੈਸੇ ਦੇ ਕਿੰਨੇ ਸਿੱਕੇ ਹਨ। ਤਾਂ ਕਿੰਨੇ ਸਿੱਕੇ ਆ 124। ਇਸੇ ਤਰ੍ਹਾਂ 72ਵਾਂ ਪ੍ਰਸ਼ਨ ਹੈਗਾ, ਇਹਦਾ ਆਨਸਰ ਹੈਗਾ 14। ਫਿਰ ਇੱਕ ਫਿਗਰ ਦਿੱਤੀ ਹੋਈ ਹੈ ਤੁਸੀਂ, ਇਹਦੇ ਅਨੁਸਾਰ ਕੁਛ ਅੱਗੇ ਪ੍ਰਸ਼ਨ ਆਉਣਗੇ। P ਦੀ ਵੈਲਿਊ Y ਦੀ ਵੈਲਿਊ ਪੁੱਛੀ ਆ, ਉਹ ਦੱਸਣੀ ਆ। ਫਿਰ ਅੱਗੇ ਕੁਛ ਸਟੇਟਮੈਂਟਸ ਦਿੱਤੀਆਂ ਹੋਈਆਂ ਆ, ਜਿਵੇਂ ਦਿੱਤਾ ਆ 75ਵਾਂ ਕੁਝ ਰਾਜੇ ਰਾਣੀਆਂ ਹਨ, ਸਾਰੀਆਂ ਰਾਣੀਆਂ ਸੁੰਦਰ ਹਨ। ਫਿਰ ਅੱਗੇ ਨਤੀਜੇ ਆ, ਸਾਰੇ ਰਾਜੇ ਸੁੰਦਰ ਹਨ, ਸਾਰੀਆਂ ਰਾਣੀਆਂ ਅਤੇ ਰਾਜੇ ਹਨ। ਤਾਂ 75ਵੇਂ ਪ੍ਰਸ਼ਨ ਦੇ ਵਿੱਚ ਜਿਹੜੇ 4 ਆਪਸ਼ਨ ਆ ਉਹਨਾਂ ਦੇ ਵਿੱਚੋਂ ਉਹਨੇ ਦੱਸਿਆ ਵੀ ਦੋਨੋਂ ਨਤੀਜੇ ਪਹਿਲੇ ਅਤੇ ਦੂਸਰੇ ਗਲਤ ਹਨ। ਨਤੀਜਿਆਂ 'ਚੋਂ ਦੱਸਣਾ ਸੀ, ਉਹਨੇ ਕਿਹਾ ਵੀ ਗਲਤ ਆ। ਇਸੇ ਤਰ੍ਹਾਂ ਅੱਗੇ ਸਟੇਟਮੈਂਟ ਫਿਰ ਆਉਂਦੀ ਆ, ਉਹ ਵੀ ਦੇਖ ਲਓ ਤੁਸੀਂ। ਫਿਰ ਇੱਕ ਪਿਕਚਰ ਆ ਬਣਾਈ ਹੋਈ, ਘੱਟੋ ਘੱਟ ਚਿੱਤਰ ਨੂੰ ਕਿੰਨੇ ਰੰਗਾਂ ਨਾਲ ਭਰਿਆ ਜਾ ਸਕਦਾ ਹੈ ਪਰ ਨਾਲ ਲੱਗਦੀਆਂ ਥਾਵਾਂ ਵਿੱਚ ਇੱਕ ਰੰਗ ਨਾ ਹੋਵੇ।
ਤਾਂ 3 ਰੰਗ ਜਿਹੜੇ ਭਰੇ ਜਾ ਸਕਦੇ ਆ ਤਾਂ ਕਿ ਇੱਕ ਦੂਜੇ ਨਾਲ ਕੋਈ ਰੰਗ ਟੱਚ ਨਾ ਕਰੇ। ਇੱਦਾਂ ਹੀ ਅੱਗੇ ਵੀ ਹੈ। ਚਤੁਰਭੁਜਾਂ ਦੀ ਗਿਣਤੀ ਪੁੱਛੀ ਹੈ, 23 ਚਤੁਰਭੁਜ ਆ। 79ਵੇਂ ਪ੍ਰਸ਼ਨ ਦਾ ਉੱਤਰ ਚੌਥਾ ਆ। ਇੱਕ ਸਿਲੰਡਰ 6 ਰੰਗਾਂ ਨਾਲ ਰੰਗ ਕੀਤਾ ਹੈ, ਹਰਾ, ਨੀਲਾ, ਪੀਲਾ, ਬੈਂਗਣੀ, ਲਾਲ ਅਤੇ ਸੰਤਰੀ। ਪ੍ਰਸ਼ਨ ਚਿੰਨ੍ਹ 'ਤੇ ਕਿਹੜਾ ਰੰਗ ਆਏਗਾ? 3 ਰੰਗ ਕੀਤੇ ਹੋਏ, ਅੱਗੇ ਪ੍ਰਸ਼ਨ ਚਿੰਨ੍ਹ 'ਤੇ ਚੌਥਾ ਰੰਗ ਕਿਹੜਾ ਆਏਗਾ? ਤਾਂ ਰੰਗ ਦੱਸਿਆ ਉਹਨੇ, ਬੈਂਗਣੀ ਆਏਗਾ ਰੰਗ। 81ਵੇਂ ਪ੍ਰਸ਼ਨ ਦਾ ਉੱਤਰ 4 ਆਏਗਾ। 82ਵੇਂ ਪ੍ਰਸ਼ਨ ਦੇ ਵਿੱਚ ਸੀਰੀਜ਼ ਦੱਸਣੀ ਕਿਵੇਂ ਚੱਲਦੀ ਪਈ, ਅੱਗੇ ਤੋਂ ਅੱਗੇ ਕੀ ਆਏਗਾ? ਤਾਂ ਉੱਥੇ ਤੀਸਰਾ ਆਏਗਾ, ਯਾਨੀ ਜਿਹਦਾ ਚੌਥੇ ਡੱਬੇ ਤੋਂ ਬਾਅਦ ਪੰਜਵਾਂ ਡੱਬਾ ਕਿਹੜਾ ਲੱਗੂਗਾ ਉਹ ਦੱਸਣਾ ਆਪਾਂ। ਇਸੇ ਤਰ੍ਹਾਂ 83ਵੇਂ ਦੇ ਵਿੱਚ, 84ਵੇਂ ਦੇ ਵਿੱਚ ਇਹ ਆਨਸਰ ਆਏਗਾ, 85ਵੇਂ ਦੇ ਵਿੱਚ ਤੀਸਰਾ ਆਨਸਰ ਹੈ। 86ਵਾਂ ਫਿਰ ਪ੍ਰਸ਼ਨ ਅੱਗੇ ਆ। 86 ਤੇ 88 ਦੋ ਪ੍ਰਸ਼ਨ। ਚਿੱਤਰ A ਅਤੇ B ਵਿੱਚ ਕੋਈ ਸੰਬੰਧ ਹੈ, ਇਸ ਤਰ੍ਹਾਂ ਦੇ ਸੰਬੰਧ ਨੂੰ C ਤੇ D ਵਿੱਚ ਸਥਾਪਿਤ ਕਰਕੇ ਸਹੀ ਵਿਕਲਪ ਦੱਸੋ। ਤਾਂ ਆਨਸਰ ਸਾਡਾ ਤੀਸਰਾ ਆ ਇਹਦੇ ਵਿੱਚ। 86ਵੇਂ ਦੇ 87ਵੇਂ ਦੇ ਵਿੱਚ ਆਨਸਰ ਸਾਡਾ ਚੌਥਾ ਆ, 88ਵੇਂ ਦੇ ਤੀਸਰਾ ਆ। ਜਿਹਨੇ ਮਾਰਕ ਕੀਤੇ ਉਹ ਆਨਸਰ ਨੇ। ਇਹ ਪਿਕਚਰਾਂ ਆ, ਗਾਂ ਤੋਂ ਗਾਂ ਅੱਗੇ ਤੋਂ ਅੱਗੇ ਕਿਹੜੀ ਚੱਲਦੀ ਹੈ। ਪ੍ਰਸ਼ਨ ਨੂੰ ਧਿਆਨ ਨਾਲ ਪੜ੍ਹਨਾ, ਫਿਰ ਉਹਦੇ ਮੁਤਾਬਕ ਆਨਸਰ ਦੇਣਾ। ਹੁਣ ਦੇਖੋ ਅੱਗੇ ਪ੍ਰਸ਼ਨ ਆ ਗਿਆ ਵੀ ਦਿੱਤੇ ਗਏ ਚਿੱਤਰ ਦਾ ਪਾਣੀ ਵਿੱਚ ਪ੍ਰਤੀਬਿੰਬ ਲੱਭੋ। ਯਾਨੀ ਅਸੀਂ ਪਾਣੀ ਦੇ ਵਿੱਚ, ਮੰਨ ਲਓ ਪਾਣੀ 'ਚ ਹਮੇਸ਼ਾ ਪਰਛਾਵਾਂ ਆਪਣਾ ਪੁੱਠਾ ਆਉਂਦਾ ਆ, ਉਹਦੇ ਮੁਤਾਬਿਕ ਕਿਹੜਾ ਆਉਣਾ ਚਾਹੀਦਾ ਆ। ਅੱਗੇ ਫਿਰ ਪ੍ਰਤੀਬਿੰਬ ਪੁੱਛਿਆ ਉਹਨੇ, ਜਾਂ ਵਰਡ ਲਿਖੇ ਹੋਏ ਕੁਛ, ਇਹਦਾ ਪ੍ਰਤੀਬਿੰਬ ਸਾਨੂੰ ਪਾਣੀ ਵਿੱਚ, ਜਾਂ ਸਮਝ ਲਓ ਇੱਕ ਹਿਸਾਬ ਨਾਲ ਸ਼ੀਸ਼ੇ ਦੇ ਵਿੱਚ ਸਾਨੂੰ ਕਿਹੋ ਜਿਹਾ ਦਿਖੇਗਾ। ਇੱਥੋਂ ਦੇ 100 ਪ੍ਰਸ਼ਨ ਜਿਹੜੇ ਮੈਂਟਲ ਐਬਿਲਿਟੀ ਦੇ ਪੂਰੇ ਹੋ ਜਾਂਦੇ ਆ। ਅੱਗੇ ਵਿਸ਼ਿਆਂ ਨਾਲ ਸੰਬੰਧਿਤ ਪ੍ਰਸ਼ਨ ਆਉਣਗੇ ਤੁਹਾਡੇ, ਉਹ ਦੂਸਰਾ ਭਾਗ ਹੈਗਾ। ਉਹਦੇ ਵਿੱਚ ਵੀ ਕੁਛ ਇੰਸਟਰਕਸ਼ਨਸ ਦਿੱਤੀਆਂ ਹੋਈਆਂ। ਵਿਸ਼ਿਆਂ ਨਾਲ ਸੰਬੰਧਿਤ ਹੈ, ਵਿਗਿਆਨ, ਗਣਿਤ ਅਤੇ ਸਮਾਜਿਕ ਵਿਗਿਆਨ ਨਾਲ ਸੰਬੰਧਿਤ ਹਨ। 1 ਅੰਕ ਹੈ ਹਰੇਕ ਪ੍ਰਸ਼ਨ ਦਾ। OMR ਸ਼ੀਟ ਦਿੱਤੀ ਗਈ ਹੈ, ਕੱਚਾ ਕੰਮ ਕਰਨ ਲਈ ਖਾਲੀ ਥਾਂ ਵੀ ਛੱਡੀ ਗਈ ਹੈ। ਨੈਗੇਟਿਵ ਮਾਰਕਿੰਗ ਨਹੀਂ ਹੈਗੀ। OMR ਦੇ ਉੱਤੇ ਕਹਿੰਦੇ ਫਲੂਇਡ ਨਹੀਂ ਲਾਉਣਾ ਤੁਸੀਂ, ਜੇ ਗਲਤ ਆ ਫਲੂਇਡ ਨਹੀਂ ਲਾਉਣਾ, ਉਹਨੂੰ ਆਪਣੇ ਹਿਸਾਬ ਨਾਲ ਧਿਆਨ ਨਾਲ ਸੋਚ ਕੇ ਕਰਨਾ। ਅਤੇ ਜੇ ਬੱਚੇ ਨੇਤਰਹੀਨ ਹੈ, ਅੰਨੇ ਆ ਜਿਹੜੇ ਬੱਚੇ, ਉਹਨਾਂ ਵਾਸਤੇ ਅੱਧਾ ਘੰਟਾ ਵਾਧੂ ਸਮਾਂ ਦਿੱਤਾ ਜਾਣਾ। ਤਾਂ ਪਹਿਲਾ ਪ੍ਰਸ਼ਨ ਦੇਖੋ ਤੁਸੀਂ, ਇਹਦਾ ਉੱਤਰ ਚੌਥਾ ਆ। ਦੂਸਰੇ ਦਾ ਉੱਤਰ ਵੀ ਚੌਥਾ ਆ। ਤੀਸਰਾ ਪ੍ਰਸ਼ਨ ਦੇਖੋ, ਇਹਦਾ ਵੀ ਉੱਤਰ ਚੌਥਾ ਆ। ਚੌਥਾ ਪ੍ਰਸ਼ਨ ਹੈ, ਇੱਕ ਬਿਜਲਈ ਕੇਤਲੀ ਜਿਹਨੂੰ ਜਦੋਂ 220 ਵੋਲਟ ਉੱਤੇ ਚਲਾਇਆ ਜਾਂਦਾ ਹੈ ਤਾਂ 1 kV ਬਿਜਲੀ ਸ਼ਕਤੀ ਦੀ ਖਪਤ ਕਰਦੀ ਹੈ। ਕਿਸ ਰੇਟਿੰਗ ਦੀ ਫਿਊਜ਼ ਤਾਰ ਇਸ ਨੂੰ ਵਰਤਣ ਲਈ ਉਪਯੋਗ ਕਰਨੀ ਚਾਹੀਦੀ ਆ? ਤਾਂ 5 ਐਂਪੀਅਰ ਵਾਲੀ ਚਾਹੀਦੀ ਇਹਦੇ ਵਾਸਤੇ। ਇਸੇ ਤਰ੍ਹਾਂ 5ਵਾਂ ਪ੍ਰਸ਼ਨ ਹੈਗਾ, ਲੈਂਸ ਦੇ ਬਾਰੇ ਆ। ਅਵਤਲ ਲੈਂਸ ਹੈਗਾ ਆ। 6ਵਾਂ ਨਿਊਟਨ ਦੀ ਗਤੀ ਦੇ ਤੀਸਰੇ ਨਿਯਮ ਅਨੁਸਾਰ ਕਿਰਿਆ ਅਤੇ ਪ੍ਰਤੀਕਿਰਿਆ ਲੱਗਦੇ ਹਨ। ਇਹਦਾ ਆਨਸਰ ਵੀ ਤੀਸਰਾ ਆ। 7ਵਾਂ ਪ੍ਰਸ਼ਨ ਹੈ, ਇੱਕ ਯਾਤਰੀ ਚੱਲਦੀ ਬੱਸ ਵਿੱਚ ਸਿੱਕਾ ਉਛਾਲਦਾ ਹੈ ਜਿਹੜਾ ਉਸਦੇ ਪਿਛਲੇ ਪਾਸੇ ਡਿੱਗਦਾ ਹੈ, ਤਾਂ ਇਹਦਾ ਕੀ ਭਾਵ ਹੈ ਵੀ ਬੱਸ ਦਾ ਵੇਗ ਵਧ ਰਿਹਾ, ਯਾਨੀ ਬੱਸ ਅੱਗੇ ਜਾ ਰਹੀ ਹੈ। ਇਸੇ ਤਰ੍ਹਾਂ 8ਵਾਂ ਪ੍ਰਸ਼ਨ ਹੈਗਾ, ਉਹਦਾ ਉੱਤਰ ਪਹਿਲਾ ਆ। 9ਵਾਂ ਪ੍ਰਸ਼ਨ ਹੈ, ਵੋਲਟੇਜ ਨੂੰ ਅਸੀਂ ਕਿਵੇਂ ਲਿਖ ਸਕਦੇ ਹਾਂ? ਤੀਸਰਾ ਦਿੱਤਾ ਗਿਆ, ਕੀਤਾ ਕਾਰਜ ਬਟਾ ਕਰੰਟ ਗੁਣਾ ਸਮਾਂ। ਇਹ ਉਹ ਪ੍ਰਸ਼ਨ ਹੈ ਜਿਹੜੇ ਤੁਹਾਨੂੰ ਸਿਲੇਬਸ 'ਚੋਂ ਆਉਣੇ ਆ, ਜਿਹੜੇ ਤੁਹਾਨੂੰ ਯਾਦ ਕਰਨੇ ਪੈਣੇ, ਆਪਣੀ ਸਾਰੀ ਕਿਤਾਬਾਂ ਨੂੰ ਧਿਆਨ ਨਾਲ ਪੜ੍ਹਨਾ ਪੈਣਾ। 10ਵਾਂ ਪ੍ਰਸ਼ਨ ਦਿੱਤਾ ਗਿਆ ਆ, ਉਹਦਾ ਆਨਸਰ ਤੀਸਰਾ ਆ। ਇਸੇ ਤਰ੍ਹਾਂ 11ਵਾਂ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚ ਕਿਸ ਸਥਿਤੀ ਵਿੱਚੋਂ ਤੈਅ ਕੀਤੀ ਗਈ ਦੂਰੀ ਅਤੇ ਵਿਸਥਾਪਨ ਇੱਕ ਸਮਾਨ ਹੁੰਦੇ ਹਨ? ਤਾਂ ਚੌਥਾ ਆਨਸਰ ਹੈ, ਇੱਕ ਬੱਸ ਦੀ ਸਿੱਧੀ ਸੜਕ ਉੱਪਰ ਗਤੀ ਕਰਦੇ ਹੋਏ। ਫਿਰ ਸਮੁੰਦਰੀ ਤਾਪ ਊਰਜਾ ਦਾ ਕਾਰਨ ਕੀ ਕਾਰਨ ਹੁੰਦਾ ਹੈ? ਚੌਥਾ ਆਨਸਰ ਇਹਦੇ ਵਿੱਚ ਹੈਗਾ, ਸਮੁੰਦਰ ਦੇ ਵੱਖ-ਵੱਖ ਪੱਧਰ ਅਤੇ ਤਾਪਮਾਨਾਂ ਵਿੱਚ ਅੰਤਰ। 13ਵਾਂ ਪ੍ਰਸ਼ਨ ਹੈ, ਨਿਊਕਲੀਅਰ ਊਰਜਾ ਦੀ ਵਰਤੋਂ ਵਿੱਚ ਲਿਆਉਣ ਲਈ ਸਭ ਤੋਂ ਵੱਡੀ ਸਮੱਸਿਆ ਇਹ ਹੈ, ਕਿਹੜੀ ਸਮੱਸਿਆ ਆ? ਤੀਸਰੇ 'ਚ ਆਨਸਰ ਦਿੱਤਾ ਗਿਆ, ਵਰਤੋਂ ਵਿੱਚ ਨਿਊਕਲੀਅਰ ਬਾਲਣ ਦਾ ਸਹੀ ਨਿਪਟਾਰਾ। ਇਸੇ ਤਰ੍ਹਾਂ 14ਵਾਂ ਪ੍ਰਸ਼ਨ ਹੈਗਾ, ਸੋਡੀਅਮ ਕਾਰਬੋਨੇਟ ਬਾਰੇ ਆ, ਉਹਦਾ ਆਨਸਰ ਪਹਿਲਾ ਆ। 15ਵਾਂ ਪ੍ਰਸ਼ਨ ਆ,
ਹੇਠ ਲਿਖੇ ਕਿਹੜੇ ਰੇਡੀਓ ਐਕਟਿਵ ਸਮਸਥਾਪਨਿਕ ਦੇ ਵਿੱਚ ਵਰਤੋਂ ਕੈਂਸਰ ਦੇ ਇਲਾਜ ਲਈ ਕੀਤੀ ਜਾਂਦੀ ਹੈ? ਕੋਬਾਲਟ 60 ਆ। ਫਿਰ ਇੱਕ ਕਿਰਿਆ ਦਿੱਤੀ ਗਈ, ਉਹਦੇ ਵਿੱਚ ਖਾਲੀ ਥਾਂ 'ਚ ਕੀ ਆਉਣਾ ਆ ਉਹ ਭਰਨਾ ਤੁਸੀਂ। 17ਵਾਂ ਪ੍ਰਸ਼ਨ ਹੈ, ਖਾਣਾ ਬਣਾਉਂਦੇ ਸਮੇਂ ਜੇਕਰ ਬਰਤਨ ਬਾਹਰੋਂ ਕਾਲਾ ਹੋ ਜਾਂਦਾ ਇਸ ਤੋਂ ਕੀ ਭਾਵ ਹੈ? ਤਾਂ ਉਹਦਾ ਉੱਤਰ ਹੈਗਾ ਬਾਲਣ ਪੂਰੀ ਤਰ੍ਹਾਂ ਨਹੀਂ ਜਲ ਰਿਹਾ। ਅਤੇ ਹੇਠ ਲਿਖਿਆਂ ਵਿੱਚ ਕਿਹੜਾ ਖਾਰ ਨਹੀਂ ਹੈ? C2H2OH। 19ਵਾਂ ਪ੍ਰਸ਼ਨ, ਉਹਦਾ ਉੱਤਰ ਚੌਥਾ ਆ। ਇੱਦਾਂ ਹੀ 20ਵਾਂ ਪ੍ਰਸ਼ਨ ਆ, ਉਹਦਾ ਉੱਤਰ ਤੀਸਰਾ ਆ। ਰੈਡੋਕਸ ਅਤੇ ਵਿਸਥਾਪਨ ਕਿਰਿਆ। 21ਵਾਂ ਪ੍ਰਸ਼ਨ ਦਿੱਤਾ ਗਿਆ ਆ, ਧਿਆਨ ਨਾਲ ਡਿਟੇਲ 'ਚ ਪੜ੍ਹੋਗੇ ਤੁਸੀਂ। ਇਸ ਦਾ ਉੱਤਰ ਪਹਿਲਾ ਆ। 22ਵਾਂ ਪ੍ਰਸ਼ਨ ਹੈ, ਹੇਠ ਲਿਖੇ ਲੂਣਾਂ ਵਿੱਚੋਂ ਕਿਹੜਾ ਪਾਣੀ ਵਿੱਚ ਘੁਲ ਕੇ ਉਦਾਸੀਨ ਹੋ ਜਾਂਦਾ ਹੈ? KCl ਆ। 23ਵਾਂ ਪ੍ਰਸ਼ਨ ਆ, ਉਹਨੇ ਤੁਹਾਨੂੰ ਨਿਕਲ ਦੀ ਇਲੈਕਟ੍ਰੋਨਿਕ ਤਰਤੀਬ ਪੁੱਛੀ ਹੈ, ਉਹ ਵੀ ਦੱਸੀ ਗਈ ਹੈ। 24ਵਾਂ ਪ੍ਰਸ਼ਨ ਹੈਗਾ, ਘੱਟ ਸ਼ਕਤੀਸ਼ਾਲੀ ਤੇਜ਼ਾਬ ਤੋਂ ਵੱਧ ਸ਼ਕਤੀਸ਼ਾਲੀ ਤੇਜ਼ਾਬ ਦਾ ਵਾਧਾ ਕ੍ਰਮ ਹੇਠ ਲਿਖਿਆਂ ਵਿੱਚੋਂ ਕਿਹੜਾ ਆ? ਪਾਣੀ, ਐਸਿਟਿਕ ਐਸਿਡ, ਹਾਈਡਰੋਕਲੋਰਿਕ ਐਸਿਡ। ਯਾਨੀ ਕਿ ਇਹਦੇ ਵਿੱਚ ਤੇਜ਼ਾਬ ਜ਼ਿਆਦਾ ਹੈ, ਉਸ ਹਿਸਾਬ ਨਾਲ ਤੁਸੀਂ ਦੱਸਣਾ ਹੈ। ਅੱਗੇ 25ਵਾਂ ਪ੍ਰਸ਼ਨ ਦਾ ਤੀਸਰਾ ਆਨਸਰ ਆ। 26ਵਾਂ ਪ੍ਰਸ਼ਨ ਆ, ਉਹਦਾ ਵੀ ਤੀਸਰਾ ਆਨਸਰ ਆ। 27ਵਾਂ ਪ੍ਰਸ਼ਨ, ਤੀਸਰਾ ਆਨਸਰ DNA ਅਤੇ ਰਾਈਬੋਜ਼ੋਮ। 28ਵਾਂ, ਉਹਦਾ ਵੀ ਆਨਸਰ ਤੀਸਰਾ ਆ। 29ਵਾਂ, ਲਹੂ ਸੰਚਾਰ ਪ੍ਰਣਾਲੀ ਵਿੱਚ ਲਹੂ ਦਾ ਸਹੀ ਪ੍ਰਵਾਹ ਸੰਚਾਰ ਕੀ ਹੈ? ਉਹ ਵੀ ਦਿੱਤਾ ਗਿਆ ਪਹਿਲਾਂ, ਔਰੀਕਲ, ਵੈਂਟਰੀਕਲ, ਧਮਨੀ ਅਤੇ ਸਿਰਾ। ਇਸੇ ਤਰ੍ਹਾਂ ਅਗਲੇ ਪ੍ਰਸ਼ਨ ਦਾ ਆਨਸਰ ਪਿਚੂਟਰੀ ਗਲੈਂਡ ਅਤੇ ਐਂਡਰੀਨਾਲਿਨ ਹੈ। 31ਵਾਂ ਪ੍ਰਸ਼ਨ, ਤੀਸਰਾ ਆਨਸਰ ਹੈ ਇਹਦਾ। 32ਵਾਂ, ਕਿਹੜੇ ਪੱਤਿਆਂ ਵਿੱਚ ਸਮਾਂਤਰ ਸਥਾਨ ਹੁੰਦਾ ਹੈ? ਕੇਲੇ ਦੇ ਪੱਤਿਆਂ ਵਿੱਚ ਸਮਾਂਤਰ ਸਥਾਨ ਹੁੰਦਾ। 33ਵਾਂ ਪ੍ਰਸ਼ਨ ਦਿੱਤਾ ਗਿਆ ਆ, ਇਹ ਵੀ ਇਕੁਏਸ਼ਨ ਹੈਗੀ ਸਾਇੰਸ ਦੀ ਕੋਈ। ਇਸੇ ਤਰ੍ਹਾਂ 34ਵਾਂ ਪ੍ਰਸ਼ਨ ਹੈਗਾ, ਉਹਦਾ ਉੱਤਰ ਦੂਸਰਾ ਆ। ਸਹੀ ਕਥਨ ਦੀ ਚੋਣ ਕਰੋ। ਹੁਣ 4 ਕਥਨ ਦਿੱਤੇ, ਉਹਨਾਂ 'ਚੋਂ ਸਹੀ ਕਥਨ ਕਿਹੜਾ ਆ? ਤਾਂ ਉਹਨੇ ਕਿਹਾ ਵੀ ਕਥਨ ਤੀਸਰਾ ਅਤੇ ਚੌਥਾ ਸਹੀ ਆ। ਨਾੜੀ ਆਵੇਗ ਦਾ ਸੁਭਾਵ ਕੀ ਹੁੰਦਾ ਆ? ਬਿਜਲਈ ਰਸਾਇਣਿਕ। 37ਵਾਂ ਦਾ ਉੱਤਰ ਬ੍ਰਾਇਓਫਾਈਟਸ। 38ਵਾਂ, ਦਿਮਾਗ ਵਿੱਚ ਗੰਧ ਦੀ ਭਾਵਨਾ ਦਾ ਕੇਂਦਰ ਕਿਹੜਾ ਹੈ? ਸੁੰਗਨ ਖੰਡ। ਉਹ ਟਿਸ਼ੂ ਜੋ ਨਾਰੀਅਲ ਦਾ ਛਿਲਕਾ ਬਣਾਉਂਦੇ ਹਨ ਅਤੇ ਜਿਸ ਦੇ ਸੈੱਲ ਮਿੱਤਰਕ, ਲੰਬੂਤਰੇ ਅਤੇ ਲਿਗਨੀਫਾਈਡ ਹਨ, ਉਹ? ਚੌਥਾ ਦੇਖੋ ਆਨਸਰ ਹੈਗਾ। ਇਸੇ ਤਰ੍ਹਾਂ 40ਵੇਂ ਪ੍ਰਸ਼ਨ ਦਾ ਉੱਤਰ ਫੈਲੋਪੀਅਨ ਟਿਊਬ ਆ, ਨਰਜਨ ਪ੍ਰਣਾਲੀ ਦਾ ਭਾਗ ਜੋ ਨਹੀਂ ਹੈ। 41ਵਾਂ ਪ੍ਰਸ਼ਨ ਮੈਥ ਨਾਲ ਸੰਬੰਧਿਤ ਆ ਗਿਆ ਤੁਹਾਡਾ 3/4। ਇੱਦਾਂ ਇਕੁਏਸ਼ਨ 42ਵੇਂ ਦੀ ਆ, 4x² + 7x + 16 = 0। 43ਵਾਂ ਪ੍ਰਸ਼ਨ ਪਹਿਲਾ ਆਨਸਰ ਹੈਗਾ ਇਹਦਾ। ਅੱਗੇ ਟ੍ਰਿਗਨੋਮੈਟਰੀ ਦਾ ਪ੍ਰਸ਼ਨ ਹੈਗਾ ਆ, 4√PQ। 45ਵਾਂ ਪ੍ਰਸ਼ਨ ਆਨਸਰ 7 ਹੈ। 46ਵੇਂ ਦਾ ਆਨਸਰ 24 ਆ। 47ਵੇਂ ਦਾ -1,2। ਇਸੇ ਤਰ੍ਹਾਂ 48ਵਾਂ ਪ੍ਰਸ਼ਨ ਹੈਗਾ, ਆਨਸਰ 20 ਡਿਗਰੀ ਆ। 49ਵਾਂ ਪ੍ਰਸ਼ਨ 2, 50 ਦਾ 1। ਇਸੇ ਤਰ੍ਹਾਂ ਅੱਗੇ ਵੀ ਆਨਸਰ ਦਿੱਤੇ ਹੋਏ ਆ। ਤੁਹਾਨੂੰ ਪਹਿਲਾਂ ਹੀ ਦੱਸਿਆ ਆ ਵੀ ਤੁਸੀਂ ਜਿਹੜਾ ਵੀ ਆਨਸਰ ਕਰਨਾ ਆ, ਜਿਹੜੇ ਨੂੰ ਵੀ ਸੋਲਵ ਕਰਨਾ, ਉਹਨੂੰ ਤੁਸੀਂ ਰੋਕ ਕੇ ਦੇਖ ਲਓ, ਵੀਡੀਓ ਨੂੰ ਪੌਜ਼ ਕਰਕੇ ਦੇਖ ਲਓ, ਕਿਉਂਕਿ 200 ਪ੍ਰਸ਼ਨ ਹਨ, ਬਹੁਤ ਜ਼ਿਆਦਾ ਆ। ਇਕੱਲੇ ਨੂੰ ਡਿਟੇਲ 'ਚ ਆਪਾਂ ਨਹੀਂ ਕਰ ਸਕਦੇ। ਜਿਹਨੂੰ ਵੀ ਤੁਸੀਂ ਹੱਲ ਕਰਨਾ ਹੈ, ਵੀਡੀਓ ਨੂੰ ਰੋਕ ਕੇ ਦੇਖ ਲਓ। ਜਿਹੜਾ ਤੁਹਾਡੇ ਕੋਲ ਨਹੀਂ ਹੱਲ ਹੁੰਦਾ, ਉਹਦੇ ਸਕਰੀਨਸ਼ਾਟ ਲੈ ਲਓ, ਆਪਣੇ ਟੀਚਰ ਨਾਲ ਕੰਸਲਟ ਕਰ ਲਓ ਜਾਂ ਆਪਣੇ ਸਾਥੀਆਂ ਨਾਲ ਜਿਹੜੇ ਤੁਹਾਡੇ NTSC ਦੀ ਤਿਆਰੀ ਕਰਦੇ ਆ, ਅਤੇ ਤੁਹਾਨੂੰ ਉਹਦਾ ਹੱਲ ਲੱਭ ਜਾਏਗਾ। ਇਹ ਇੱਕ ਸਿਰਫ ਪੈਟਰਨ ਹੈ ਵੀ ਇਸ ਤਰ੍ਹਾਂ ਦੇ ਪ੍ਰਸ਼ਨ ਤੁਹਾਨੂੰ ਜਿਹੜੇ ਆ ਪੇਪਰ ਦੇ ਵਿੱਚ
ਆਉਣੇ ਆ, ਕਿਉਂਕਿ 2018 ਦਾ ਪੇਪਰ ਆ। ਇਹਨੂੰ ਤੁਹਾਡੀ ਸਹਾਇਤਾ ਦੇ ਲਈ ਲੱਭ ਕੇ ਅਤੇ ਇਹਨੂੰ ਜਿਹੜੇ ਆਨਸਰ ਕੀ ਜੋ ਇਹਦੀ ਨਾਲ ਆਈ ਸੀ ਉਹਦੇ ਮੁਤਾਬਕ ਆਨਸਰ ਤੁਹਾਨੂੰ ਦੱਸੇ ਆ। 63ਵਾਂ ਪ੍ਰਸ਼ਨ ਹੈ, ਭਾਰਤ ਦਾ ਪਹਿਲਾ ਸੀਮੈਂਟ ਪਲਾਂਟ ਕਿੱਥੇ ਸਥਾਪਿਤ ਕੀਤਾ ਗਿਆ? ਚੇਨਈ। ਕਾਜ਼ੀਰੰਗਾ ਜੀਵ ਰਾਖਵਾਂ ਖੇਤਰ ਕਿੱਥੇ ਆ? ਆਸਾਮ ਦੇ ਵਿੱਚ। ਕੋਂਕਣ ਰੇਲਵੇ ਦੇ ਬਾਰੇ ਪੁੱਛਿਆ ਗਿਆ, ਪੱਛਮੀ ਤੱਟ 'ਤੇ ਆ। ਠੀਕ ਹੈ। ਹਿਮਾਲय ਜਨਮ ਕਿਹੜੇ ਸਮੁੰਦਰ ਤੋਂ ਹੋਇਆ? ਟੈਥੀਜ਼ ਨਾਂ ਦਾ ਸਮੁੰਦਰ ਹੁੰਦਾ ਸੀ ਇੱਥੇ। ਇੱਦਾਂ ਹੀ ਉਸ਼ਣ ਸਦਾਬਹਾਰ ਬਨਸਪਤੀ ਦਾ ਮੁੱਖ ਦਰਖਤ ਮਹੋਗਨੀ ਆ। ਬੰਗਾਲ ਦਾ ਸ਼ਰਾਪ ਕਿਹਨੂੰ ਕਿਹਾ ਜਾਂਦਾ? ਦਮੋਦਰ ਨਦੀ ਨੂੰ ਕਿਹਾ। ਰੇਸ਼ਮ ਦੇ ਕੀੜਿਆਂ ਨੂੰ ਸ਼ਹਿਤੂਤ 'ਤੇ ਪਾਲਿਆ ਜਾਂਦਾ ਆ। ਜਾਪ ਸਾਹਿਬ ਦੀ ਰਚਨਾ ਕਿਸ ਗੁਰੂ ਨੇ ਕੀਤੀ ਸੀ? ਗੁਰੂ ਗੋਬਿੰਦ ਸਿੰਘ ਜੀ ਨੇ। ਭੈਰੋਵਾਲ ਦੀ ਸੰਧੀ 26 ਦਸੰਬਰ 1846 ਨੂੰ ਹੋਈ। ਵੀਅਤਨਾਮ ਦਾ ਸੰਯੁਕਤ ਦੇਸ਼ ਕਦੋਂ ਬਣਿਆ? 15 ਅਪ੍ਰੈਲ 1976 ਨੂੰ। ਕਾਰਲ ਮਾਰਕਸ ਕਿਸ ਦੇ ਖਿਲਾਫ ਸੀ? ਪੂੰਜੀਵਾਦ ਦੇ ਖਿਲਾਫ ਸੀ। ਇਸੇ ਤਰ੍ਹਾਂ ਹੋਰ ਪ੍ਰਸ਼ਨ ਹਨ। ਪ੍ਰੇਮਚੰਦ ਨੇ ਸਭ ਤੋਂ ਵਧੀਆ ਸਾਹਿਤਕ ਰਚਨਾ ਗੋਦਾਨ ਸੀ। ਠੀਕ ਹੈ। ਪ੍ਰੈਜ਼ੀਡੈਂਸੀ ਸ਼ਹਿਰ ਕਿਹੜਾ ਆ? ਮੁੰਬਈ ਆ। ਛੂਆਛੂਤ ਕਾਨੂੰਨ ਖਤਮ ਹੋ ਚੁੱਕਾ ਹੈ, ਕਿਹੜੀ ਧਾਰਾ ਆ? 17, ਆਰਟੀਕਲ 17 ਦੇ ਰਾਹੀਂ। ਇਸੇ ਤਰ੍ਹਾਂ ਅੱਗੇ ਪ੍ਰਸ਼ਨ ਹੈਗੇ ਆ। ਭਾਰਤ ਵਿੱਚ ਫੌਜਾਂ ਦਾ ਸੁਪਰੀਮ ਕਮਾਂਡਰ ਕਿਹਨੂੰ ਮੰਨਦੇ ਆ? ਰਾਸ਼ਟਰਪਤੀ ਨੂੰ ਮੰਨਦੇ ਆ। ਠੀਕ ਹੈ। ਪੰਜਾਬ ਵਿੱਚ ਲੋਕ ਸਭਾ ਦੇ ਕੁੱਲ ਕਿੰਨੇ ਮੈਂਬਰ ਚੁਣੇ ਜਾਂਦੇ ਆ? 13 ਚੁਣੇ ਜਾਂਦੇ ਆ। ਮੁਫਤ ਲਾਜ਼ਮੀ ਸਿੱਖਿਆ ਅਧਿਕਾਰ ਭਾਰਤੀ ਸੰਵਿਧਾਨ ਦੇ ਕਿਹੜੇ ਮੌਲਿਕ ਅਧਿਕਾਰ ਅਧੀਨ ਸ਼ਾਮਲ ਹੈ? ਸੁਤੰਤਰਤਾ ਦੇ ਅਧਿਕਾਰ ਅਧੀਨ। ਠੀਕ ਹੈ। ਸੰਯੁਕਤ ਰਾਸ਼ਟਰ ਦੇ ਬਾਰੇ ਪ੍ਰਸ਼ਨ ਪੁੱਛਿਆ ਗਿਆ, ਉੱਤਰ ਹੈਗਾ 24 ਅਕਤੂਬਰ 1945। ਭਾਰਤੀ ਸੰਵਿਧਾਨ ਸਭਾ ਦੇ ਪ੍ਰਧਾਨ ਕੌਣ ਸਨ? ਡਾਕਟਰ ਰਜਿੰਦਰ ਪ੍ਰਸਾਦ। ਠੀਕ ਹੈ। ਇਸੇ ਤਰ੍ਹਾਂ ਅੱਗੇ ਹੋਰ ਪ੍ਰਸ਼ਨ ਹਨ। ਹੇਠ ਲਿਖਿਆਂ ਵਿੱਚੋਂ ਕਿਹੜਾ ਸਮੀਕਰਨ ਠੀਕ ਹੈ? ਆਮਦਨ ਮਾਈਨਸ ਬਚਤ ਪਲੱਸ ਉਪਭੋਗ। ਭਾਰਤ ਵਿੱਚ ਕਿਹੜੀ ਬੈਂਕ ਕੇਂਦਰੀ ਬੈਂਕ ਹੈ? RBI, ਰਿਜ਼ਰਵ ਬੈਂਕ ਆਫ ਇੰਡੀਆ। ਮੋਨੀਟਰੀ ਨੀਤੀ ਦਾ ਇੱਕ ਅੰਗ ਕੀ ਆ? ਵਿਆਜ ਦਰ ਆ। ਮਨਰੇਗਾ 2005 ਵਿੱਚ ਕਿਸ ਉਦੇਸ਼ ਨਾਲ ਬਣਾਇਆ ਗਿਆ? ਰੁਜ਼ਗਾਰ। ਜਿਹੜੇ ਲੋਕਾਂ ਨੂੰ ਪਿੰਡ 'ਚ ਰੁਜ਼ਗਾਰ ਨਹੀਂ ਮਿਲਦਾ ਸੀ, ਤਾਂ ਕਿ ਹਰੇਕ ਉਸ ਬੰਦੇ ਨੂੰ ਜਿਹੜਾ ਪਿੰਡ 'ਚ ਰਹਿੰਦਾ ਉਹਨੂੰ 100 ਦਿਨ ਘੱਟੋ ਘੱਟ ਰੁਜ਼ਗਾਰ ਮਿਲੇ, ਇਸ ਲਈ ਮਨਰੇਗਾ ਬਣਾਇਆ ਗਿਆ। ਅੱਗੇ ਬੈਂਕਿੰਗ ਹੈ ਉੱਤਰ, ਤਾਂ ਕਮੀ ਆਉਂਦੀ ਹੈ ਨਾ। ਤਾਂ ਇਹ ਬੱਚੇ ਪ੍ਰਸ਼ਨ ਸੀ ਪ੍ਰਸ਼ਨ ਉੱਤਰ ਸੀਗਾ NTSC ਦਾ, ਜਿਹੜਾ 2018 ਦੇ ਵਿੱਚ ਪੰਜਾਬ ਲੈਵਲ ਦੇ NTSC ਐਗਜ਼ਾਮ ਦੇ ਵਿੱਚ ਆਇਆ ਸੀਗਾ। ਸਟੇਜ 1 ਦੇ ਵਿੱਚ ਆਇਆ ਸੀ। ਅਤੇ ਇੱਕ ਤਰ੍ਹਾਂ ਦਾ ਪੈਟਰਨ ਤੁਹਾਡੇ ਲਈ ਸਮਝਣ ਦੇ ਲਈ ਵੀ ਕਿਸ ਤਰ੍ਹਾਂ ਦੇ ਪ੍ਰਸ਼ਨ ਤੁਹਾਨੂੰ ਆ ਸਕਦੇ ਅਤੇ ਕਿਵੇਂ ਤੁਸੀਂ ਤਿਆਰੀ ਕਰਨੀ ਹੈ। ਧੰਨਵਾਦ।